ਵੇਖਣ ਤੇ ਸੁਣਨ ਵਾਲੇ ਭਰਾਵਾਂ ਨੂੰ अस्सलाम वालेकुम। ਸਾਡੇ ਚੈਨਲ ਦਾ ਨਾਮ ਹੈ ਸਾਲੀਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਆਪਾਂ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ। ਅਕਸਰ ਭਾਈਆਂ ਦੇ ਸਵਾਲ ਹੁੰਦੇ ਆ ਕਿ ਅਸੀਂ ਗੋਟ ਫਾਰਮਿੰਗ ਸਟਾਰਟ ਕਰਨਾ ਚਾਹੁੰਦੇ ਹਾਂ, ਅਸੀਂ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕਰੀਏ, ਕਿਸ ਤਰ੍ਹਾਂ ਸਟਾਰਟ ਕਰੀਏ, 'ਚ ਨਫਾ ਵਾ ਨੁਕਸਾਨ ਆ ਜਾਂ ਕੀ ਹਿਸਾਬ ਕਿਤਾਬ ਇਹਦੇ ਵਿੱਚ, ਉਹਦੇ ਖੁਰਾਕ ਦਾ ਮਸਲਾ, ਸਬਜ਼ ਜਾਂ ਖੁਸ਼ਕ, ਸ਼ੈੱਡ ਕਿਸ ਤਰ੍ਹਾਂ ਹੋਣਾ ਚਾਹੀਦਾ, ਐਲੀਵੇਟਡ ਜ਼ਮੀਨ 'ਤੇ, ਜੋ ਵੀ ਐਵਰੀਥਿੰਗ ਆਪਾਂ ਹਰ ਚੀਜ਼ ਇਸ ਦੇ ਵਿੱਚ ਅੱਜ ਡਿਸਕਵਰ ਕਰਾਂਗੇ। ਵੀਡੀਓ ਆਪਣੀ ਥੋੜ੍ਹੀ ਜਿਹੀ ਲੰਬੀ ਹੋ ਸਕਦੀ ਆ, ਲੇਕਿਨ ਤੁਸੀਂ ਐਡਜਸਟ ਕਰਿਓ ਕਿਉਂਕਿ ਸਵਾਲ ਕਾफ़ੀ ਜ਼ਿਆਦਾ ਨੇ। ਆਪਾਂ ਉਹਨਾਂ ਦੇ ਸਾਰੇ ਜਵਾਬ ਦੇਵਾਂਗੇ ਹੌਲੀ ਹੌਲੀ। ਅਤੇ ਚੱਲਦੇ ਹਾਂ ਜੀ ਆਪਾਂ ਵੀਡੀਓ ਦੀ ਤਰਫ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਆ ਬੱਕਰੀਆਂ ਦੀ ਜਿਹੜਾ ਨਫਾ ਨੁਕਸਾਨ ਆ। ਦੇਖੋ ਬਈ, ਕੋਈ ਵੀ ਐਸਾ ਕਾਰੋਬਾਰ ਨਹੀਂ ਹੈਗਾ ਜਿਹਦੇ ਵਿੱਚ ਸਾਨੂੰ ਸਿਰਫ ਨਫਾ ਹੋਵੇ, ਨੁਕਸਾਨ ਨਾ ਹੋਵੇ, ਠੀਕ ਹੈ ਨਾ। ਕੋਈ ਵੀ ਐਸਾ ਕਾਰੋਬਾਰ ਨਹੀਂ ਹੈਗਾ। ਇਸ ਕਰਕੇ ਹਰ ਕਾਰੋਬਾਰ ਦੇ ਵਿੱਚ ਨਫਾ ਵਾ, ਹਰ ਕਾਰੋਬਾਰ ਦੇ ਵਿੱਚ ਨੁਕਸਾਨ ਆ। ਜਿਹਨੂੰ ਅਸੀਂ ਕਾਰੋਬਾਰ ਕਹਿੰਦੇ ਆ ਨਾ, ਉਹਦੇ ਵਿੱਚ ਹੀ ਅਸਲ ਦੇ ਵਿੱਚ ਆ ਜਾਂਦਾ ਵਾ ਜਿਹੜਾ ਕਾਰੋਬਾਰ ਆ ਨਾ, ਉਹਦੇ ਸਿਰਫ ਦੋ ਹੀ ਚੀਜ਼ਾਂ ਵਾ, ਜਾਂ ਨਫਾ ਅਤੇ ਜਾਂ ਨੁਕਸਾਨ। ਇਸ ਤੋਂ ਉੱਤੇ ਉਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਗੀ। ਸਾਡੇ ਪੈਸੇ ਨਾ ਪੂਰੇ ਹੁੰਦੇ ਆ, ਕਹਿੰਦੇ ਨਾ ਪੂਰਿਆਂ 'ਚ ਆ ਗਏ, ਉਹ ਵੀ ਚੀਜ਼ ਨਹੀਂ। ਇਸ ਕਰਕੇ ਇਹਦੇ ਵਿੱਚ ਨਫਾ ਵੀ ਆ, ਨੁਕਸਾਨ ਵੀ ਆ। ਭਰਾ ਕਹਿ ਦਿੰਦੇ ਕਈ ਵੀ ਸਾਨੂੰ ਗਰੰਟੀ ਦੇਵੋ, ਸਾਨੂੰ ਕੋਈ ਦਲੀਲ ਦੇਵੋ ਵੀ ਇਹਦੇ ਵਿੱਚ ਨਫਾ ਵਾ, ਬਰਕਤ ਆ। ਸਾਡੇ ਨਬੀ ਪਾਕ ਸੱਲੱਲਾਹੁ अलैहि वसल्लम ਦੀ ਸੁन्नत ਆ ਇਹ, ਠੀਕ ਆ। ਨਬੀ ਪਾਕ ਸੱਲੱਲਾਹੁ अलैहि वसल्लम ਨੇ ਖੁਦ ਫਰਮਾਇਆ ਕਿ ਬੱਕਰੀ ਪਾਲੋ, ਜਿਸ ਘਰ 'ਚ ਗੁਰਬਤ ਆ ਉਹ ਬੱਕਰੀ ਪਾਲੇ, ਠੀਕ ਹੈ। ਅਤੇ ਇਹਦੇ ਵਿੱਚ ਬਰਕਤ ਆ। ਅਤੇ ਇਸ ਤੋਂ ਵੱਡੀ ਦਲੀਲ ਜਾਂ ਇਸ ਤੋਂ ਵੱਡੀ ਗਰੰਟੀ ਸਾਨੂੰ ਹੋਰ ਕਿਹੜੀ ਹੋ ਸਕਦੀ ਆ। ਮੁਸਲਮਾਨ ਹੋਣ ਦੇ ਨਾਤੇ ਸਾਡਾ ਇਹ ਮਾਣ ਆ ਕਿ ਇਹਦੇ ਵਿੱਚ ਬਰਕਤ ਆ। ਨਬੀ ਪਾਕ ਸੱਲੱਲਾਹੁ ਨੇ ਫਰਮਾਇਆ ਕਿ ਇਹਦੇ ਵਿੱਚ ਬਰਕਤ ਆ, ਤੁਸੀਂ ਜਾਨਵਰ ਪਾਲੋ। ਇਸ ਤੋਂ ਉੱਤੇ ਸਾਨੂੰ ਹੋਰ ਕੋਈ ਦਲੀਲ ਨਹੀਂ ਚਾਹੀਦੀ। ਅਸੀਂ ਕਿਸੇ ਬੰਦੇ ਦੀ ਗੱਲ ਸੁਣ ਕੇ ਨਹੀਂ ਫਾਰਮਿੰਗ ਸ਼ੁਰੂ ਕਰ ਰਹੇ, ਕਿਸੇ ਬੰਦੇ ਦੀ ਹੋਰ ਸਾਨੂੰ ਕੋਈ ਮਸ਼ਵਰੇ ਦੇ ਰਿਹਾ, ਅਸੀਂ ਉਹਦੀ ਨਹੀਂ ਗੱਲ ਸੁਣ ਕੇ ਸ਼ੁਰੂ ਕਰ ਰਹੇ। ਇਹ ਤੁਸੀਂ ਖੁਦ ਵੇਖੋਗੇ ਤਾਂ ਮਸ਼ਵਰਾ ਕੌਣ ਦੇ ਰਿਹਾ। ਇਸ ਕਰਕੇ ਮੁਸਲਮਾਨ ਹੋਣ ਦੇ ਨਾਤੇ ਸਾਡਾ ਇਹ ਮਾਣ ਆ। ਅਤੇ ਦੂਸਰਾ, ਅਕਸਰ ਭਾਈ ਪੁੱਛਦੇ ਅਸੀਂ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕਰੀਏ। ਅਸੀਂ ਫਾਰਮ ਬਣਾਉਣਾ ਵਾ, ਅਤੇ ਫਾਰਮ ਬਣਾਉਣ ਵਾਸਤੇ ਸਾਨੂੰ 100 ਬੱਕਰੀ ਚਾਹੀਦੀ ਹੈ, ਇੰਨੀ ਚਾਹੀਦੀ ਹੈ, ਅਤੇ ਇੰਨੀ ਸਾਡੇ ਕੋਲ ਇਨਵੈਸਟਮੈਂਟ ਨਹੀਂ ਹੈਗੀ। ਦੇਖੋ ਵੀਰੋ, ਜਦੋਂ ਤੁਸੀਂ ਫਾਰਮ ਦੀ ਆਪਣੀ ਜਿਹੜੀ ਆ ਉਹਦੀ ਨਾ ਤੁਸੀਂ ਨੀਅਤ ਕਰ ਲੈਣਾ ਕਿ ਅਸੀਂ ਬਣਾਉਣਾ ਵਾ, ਸਭ ਤੋਂ ਮੁਸ਼ਕਿਲ ਫੈਸਲਾ ਹੀ ਹੁੰਦਾ ਵਾ ਕਿ ਅਸੀਂ ਕੰਮ ਸ਼ੁਰੂ ਕਰਨਾ ਵਾ, ਠੀਕ ਹੈ ਨਾ। ਵੀ ਅਸੀਂ ਕੰਮ ਸ਼ੁਰੂ ਕਰਨਾ ਫਾਰਮਿੰਗ ਦਾ। ਅਗਰ ਕੋਈ ਵੀ ਡੇਅਰੀ ਫਾਰਮ ਆ, ਕੋਈ ਵੀ ਚੀਜ਼ ਦਾ ਬੱਕਰੀ ਫਾਰਮ, ਅਗਰ ਤੁਸੀਂ ਉੱਥੇ ਇੱਕ ਬੱਕਰੀ ਲੈਓ, ਚਾਹੇ ਲੈਓ 100 ਬੱਕਰੀ, ਉਹ ਤੁਹਾਡਾ ਗੋਟ ਫਾਰਮ ਹੀ ਆ, ਡੇਅਰੀ ਫਾਰਮ ਹੀ ਆ, ਜਿੱਦਾਂ ਵੀ ਆ। ਚਾਹੇ ਉਹ ਤੁਹਾਡੇ 100 ਮੱਝ ਖੜੀ ਉੱਥੇ ਮਿਸਾਲ ਦੇ ਤੌਰ 'ਤੇ, ਅਤੇ ਇੱਕ ਮੱਝ ਖੜੀ ਆ, ਉਹ ਸੇਮ ਆ, ਉਹ ਤੁਹਾਡਾ ਡੇਅਰੀ ਫਾਰਮ ਹੀ ਆ। ਇਸੇ ਤਰ੍ਹਾਂ ਅਗਰ ਤੁਹਾਡੇ ਕੋਲ 100 ਬੱਕਰੀ ਆ ਜਾਂ ਤੁਹਾਡੇ ਕੋਲ ਇੱਕ ਬੱਕਰੀ ਆ, ਉਹ ਤੁਹਾਡਾ ਗੋਟ ਫਾਰਮ ਹੀ ਆ। ਇਸ ਕਰਕੇ ਤੁਸੀਂ ਆਪਣੀ ਇਨਵੈਸਟਮੈਂਟ ਦੇ ਹਿਸਾਬ ਨਾਲ ਕੰਮ ਤੋਂ ਕੰਮ, ਤੁਸੀਂ ਜੇ ਕਹਿੰਦੇ ਆ ਸਟਾਰਟ ਕਰਨੀ ਆ ਫਾਰਮਿੰਗ, ਕੰਮ ਤੋਂ ਕੰਮ, ਮਜ਼ੀਦ ਜਿੰਨਾ ਵੀ ਕੰਮ ਹੋ ਸਕਦਾ ਵਾ, ਤੁਸੀਂ ਆਪਣੀ ਇਨਵੈਸਟਮੈਂਟ ਦੇ ਹਿਸਾਬ ਨਾਲ ਤੁਸੀਂ 3 ਬੱਕਰੀਆਂ ਤੋਂ ਸਟਾਰਟ ਕਰ ਲਵੋ। 3 ਬੱਕਰੀਆਂ, ਠੀਕ ਹੈ, ਜਿਹੜੀਆਂ ਕਿ ਗੱਭਣ ਹੋਣ, ਕਮ ਅਜ਼ ਕਮ ਉਹ 3 ਮਹੀਨੇ ਦੀਆਂ ਗੱਭਣ ਹੋਣ। 3 ਮਹੀਨੇ ਮੁਕੰਮਲ ਹੋ ਗਏ ਹੋਣ ਅਤੇ ਚੌਥਾ ਮਹੀਨਾ ਉਹਨਾਂ ਨੂੰ ਸਟਾਰਟ ਹੋਵੇ, ਤੁਸੀਂ ਉਹ ਬੱਕਰੀਆਂ ਲਵੋ ਜਿਹੜੀਆਂ ਕਿ ਮਜ਼ੀਦ ਤੁਹਾਡੇ ਫਾਰਮ 'ਤੇ ਆ ਕੇ ਉਹ ਤਕਰੀਬਨ ਕੋਈ 1.5-2 ਮਹੀਨਿਆਂ ਦੇ ਵਿੱਚ ਜਿਹੜੇ ਬੱਚੇ ਡਿਲੀਵਰ ਕਰ ਦੇਣ, ਤੁਸੀਂ ਉਹਨਾਂ ਬੱਕਰੀਆਂ ਤੋਂ ਸਟਾਰਟ ਲਵੋ, ਤਾਂ ਕਿ ਤੁਹਾਡਾ ਜਿਹੜਾ ਟਾਈਮ ਹੈ ਨਾ, ਅਗਰ ਤੁਸੀਂ ਹੁਣ ਉਹਦੀ ਵਜ੍ਹਾ ਸੁਣ ਲਓ, ਉਹ ਤੁਹਾਨੂੰ ਮੈਂ ਅੱਗੇ ਉਹ ਵੀ ਸਵਾਲ ਆਪਾਂ ਰਿਕਵਰ ਕਰ ਦਿੰਦੇ ਹਾਂ, ਅਤੇ ਵੀ ਤੁਸੀਂ ਗੱਭਣ ਬੱਕਰੀਆਂ ਕਿਉਂ ਲੈਣੀਆਂ, ਠੀਕ ਆ। ਅਤੇ ਦੂਸਰਾ ਆ ਜਾਂਦਾ ਉਹਦੀ ਸ਼ੈੱਡ ਅਸੀਂ ਐਲੀਵੇਟਡ ਬਣਾਈਏ, ਪੈਲਟ ਲਾਈਏ, ਉੱਚਾ ਸ਼ੈੱਡ ਬਣਾਈਏ, ਜ਼ਮੀਨ 'ਤੇ ਬਣਾਈਏ, ਇੰਨਾ ਪੈਸਾ ਲਾਈਏ, ਇੰਨਾ ਲਾਈਏ। ਵੀਰੋ ਸਿੰਪਲ ਜਿਹਾ ਕੰਮ ਕਰ ਲਓ, ਸਿੰਪਲ ਜਿਹਾ। ਤੁਸੀਂ ਸਿਰਫ 4 ਦੀਵਾਰਾਂ ਹੀ ਖੜੀਆਂ ਕਰਕੇ ਨਾ, ਜਾਂ 4 ਪਿੱਲਰ ਖੜ੍ਹੇ ਕਰਕੇ, ਉਹਦੇ ਉੱਤੇ ਬਾਂਸ ਬੂੰਸ ਪਾ ਕੇ ਤੁਸੀਂ ਉੱਤੇ ਟਾਂਡੇ ਟੁੰਡੇ ਜਾਂ ਛਾਪੇ ਵਗੈਰਾ ਰੱਖ ਕੇ, ਨਰੂ ਵਗੈਰਾ ਉੱਤੇ ਉਹਦੇ ਪੱਲੀਆਂ ਪੁੱਲੀਆਂ ਛਾਪਰ ਵਗੈਰਾ ਪਾ ਦਿਓ ਕਿ ਉਹ ਮੀਂਹ ਹਨੇਰੀ 'ਚ ਚੋਵੇ ਨਾ ਬਸ, ਠੀਕ ਆ। ਤੁਸੀਂ ਇੱਦਾਂ ਦਾ ਕਰ ਲਓ ਬਿਲਕੁਲ ਘੱਟ ਪੈਸਿਆਂ 'ਚ। ਹੁਣ ਅਸੀਂ ਤਕਰੀਬਨ ਕਹਿ ਲਓ ਕਿ ਥੋੜ੍ਹੇ ਜਿਹੇ ਪੈਸੇ ਲਾਏ ਆ ਇਸ ਸ਼ੈੱਡ 'ਤੇ। ਇਹ ਸ਼ੈੱਡ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ, ਇਹਦੇ 'ਤੇ ਕਹਿ ਲਓ ਸਾਡੀਆਂ 1 ਜਾਂ 2 ਬੋਰੀ ਸੀਮੈਂਟ ਦੀ ਲੱਗੀ ਹੋਣੀ ਬਸ। ਇਸ ਤੋਂ ਇਲਾਵਾ ਹਰ ਚੀਜ਼ ਸਾਡੇ ਕੋਲ ਘਰ ਸੀਗੀ ਅਤੇ ਅਸੀਂ ਉਹ ਇਸਤੇਮਾਲ ਕੀਤੀ ਆ। ਇਹਦੇ 'ਤੇ ਲੱਕੜ ਦੇ ਬਾਲੇ ਆ, ਫੱਟੀਆਂ ਵਾ, ਅਤੇ 3 ਗਾਡਰ ਆ, ਜਾਂ ਸੋਰੀ 4 ਗਾਡਰ ਪਾਏ, ਉਹ ਵੀ ਘਰ ਸਾਡੇ ਕੋਲ ਹੈਗੇ ਸੀਗੇ। ਜਿੱਥੇ ਆਪਾਂ ਇਸ ਟਾਈਮ ਬੈਠੇ, ਇੱਥੇ ਸਾਡੀ ਹੁੰਦੀ ਸੀ ਹਵੇਲੀ,
ਠੀਕ ਹੈ। ਜਿੱਥੇ ਮਕਾਨ ਆਣੇ ਸੀ ਸਾਡੀ ਪਹਿਲਾਂ ਹਵੇਲੀ ਹੁੰਦੀ ਸੀਗੀ ਅਤੇ ਉਹ ਜਦੋਂ 250 ਤੋਂ ਬਾਲੇ ਵਗੈਰਾ ਫੱਟੀਆਂ ਵਗੈਰਾ ਗਾਡਰ ਵਗੈਰਾ ਉਦੋਂ ਨਿਕਲੇ ਸੀਗੇ। ਇਹ ਸਾਡੇ ਕੋਲ ਉਦੋਂ ਦੇ ਪਏ ਆ। ਤੁਸੀਂ ਇੱਦਾਂ ਦਾ ਇੱਕ ਸਿੰਪਲ ਜਿਹਾ ਸ਼ੈੱਡ ਬਣਾ ਲਓ, ਪੈਸੇ ਲਾਉਣ ਦੀ ਕੋਈ ਲੋੜ ਨਹੀਂ ਹੈਗੀ। ਦੇਖੋ ਮੈਂ ਇਸ ਚੀਜ਼ 'ਤੇ ਪਹਿਲਾਂ ਵੀਡੀਓ ਵੀ ਕਰ ਚੁੱਕਿਆ ਵਾਂ ਕਿ ਬੱਕਰੀ ਦੇ ਸ਼ੈੱਡ ਨੂੰ ਖੁਸ਼ਕ ਕਿੱਦਾਂ ਰੱਖਣਾ। ਉਹਦੇ 'ਚ ਮੈਂ ਤੁਹਾਨੂੰ ਸਿੰਪਲ ਕੀ ਦੱਸਿਆ ਵਾ ਕਿ ਤੁਸੀਂ ਝਾੜੂ ਜਿਹੜਾ ਵਾ ਸਫਾਈ ਤੁਸੀਂ ਪੈਲਟ ਲਾ ਕੇ ਵੀ ਕਰਨੀ ਆ ਅਤੇ ਸਫਾਈ ਤੁਸੀਂ ਆਹ ਸੁੱਕ ਪਾ ਕੇ ਵੀ ਕਰਨੀ ਆ। ਅਤੇ ਇਹਦੇ ਨਾਲ ਬਿਹਤਰ ਇਹੀ ਆ 20 ਲੱਖ ਲਾਉਣ ਨਾਲੋਂ ਚੰਗਾ ਤੁਸੀਂ 20 ਰੁਪਏ ਦਾ ਝਾੜੂ ਲੈ ਲਓ ਨਾ ਅਤੇ ਉਹਦੇ ਨਾਲ ਆਪਣੀ ਸਫਾਈ ਕਰ ਲਓ। ਕੋਈ ਗੱਲ ਦੀ ਸਮਝ ਲੱਗੀ ਕਿ ਨਹੀਂ। ਦੂਸਰਾ ਅਕਸਰ ਭਾਈ ਸਵਾਲ ਪੁੱਛਦੇ ਆ ਅਸੀਂ ਛੋਟੇ ਬੱਚਿਆਂ ਤੋਂ ਫਾਰਮਿੰਗ ਸ਼ੁਰੂ ਕਰੀਏ, ਅਸੀਂ ਬੱਕਰੀਆਂ ਤੋਂ ਫਾਰਮਿੰਗ ਸ਼ੁਰੂ ਕਰੀਏ, ਅਸੀਂ ਪੱਠਾਂ ਤੋਂ ਫਾਰਮਿੰਗ ਸ਼ੁਰੂ ਕਰੀਏ ਜਾਂ ਅਸੀਂ ਬੱਕਰੀਆਂ ਤੋਂ ਫਾਰਮਿੰਗ ਸ਼ੁਰੂ ਕਰੀਏ। ਅਤੇ ਉਹ ਭਾਈਆਂ ਦਾ ਵੀ ਮੈਂ ਜਿਹੜਾ ਕਨਸੈਪਟ ਆ ਕਲੀਅਰ ਕਰ ਦੇਵਾਂ ਸਾਰੇ ਭਰਾਵਾਂ ਦਾ ਵੀ ਸਾਡੀਆਂ ਜਿਹੜੀ ਆ ਅਸੀਂ ਫਾਰਮਿੰਗ ਵਗੈਰਾ ਆਪਣੀ ਸ਼ੁਰੂ ਕਰਨੀ ਆ। ਤੁਸੀਂ ਕਿੱਥੋਂ ਸ਼ੁਰੂ ਕਰੀਏ। ਦੇਖੋ ਵੀਰ ਅਗਰ ਤੁਸੀਂ ਕਰਦੇ ਹੋ ਪੱਠਾਂ ਤੋਂ ਫਾਰਮਿੰਗ ਸ਼ੁਰੂ, ਠੀਕ ਹੈ ਨਾ, ਕੋਈ 5-5 6-6 ਮਹੀਨੇ ਤੁਸੀਂ ਪੱਠ ਲੈ ਕੇ ਆਉਂਦੇ ਆ ਨਾ ਅਤੇ ਉਹ ਅਗਰ ਉਦੋਂ ਹੀ ਹੀਟ 'ਤੇ ਆ ਜਾਂਦੀ ਤੁਸੀਂ ਉਹਨੂੰ ਕ੍ਰਾਸ ਕਰਵਾਉਂਦੇ ਆ ਅਤੇ ਉਹ ਨਿੱਕੀ ਜਿਹੀ ਰਹਿ ਜਾਂਦੀ ਆ। ਉਹਦੇ ਖਾਸ ਕੋਈ ਦੁੱਧ ਦੀ ਮਿਕਦਾਰ ਅੱਛੀ ਨਹੀਂ ਹੁੰਦੀ। ਹੀਟ 'ਤੇ ਤਾਂ ਆ ਜਾਂਦੀਆਂ। ਹੁਣ ਆ ਵੀ ਤਕਰੀਬਨ ਕੋਈ 7-7 8-8 ਜਾਂ 9-9 ਮਹੀਨੇ ਦੇ ਮਾਸ਼ਾਅੱਲਾ ਪੱਠਾਂ ਖੜੀਆਂ ਸਾਹਮਣੇ ਦੋ ਜਿਹੜੀਆਂ ਵਾ ਇਹ ਹੀਟ 'ਤੇ 3-4 ਵਾਰੀ ਆ ਗਈਆਂ, ਅਸੀਂ ਨਹੀਂ ਕਰਵਾਈਆਂ। ਕਿਉਂ? ਕਿਉਂਕਿ ਇਹਨਾਂ ਦੀ ਹਾਈਟ ਰੁਕ ਜਾਂਦੀ ਉੱਥੇ ਕੀ ਇਹ ਕਮ ਅਜ਼ ਕਮ ਆਪਣੀ ਜਿਹੜੀ ਓਰੀਜਨਲ ਹਾਈਟ ਉਸ ਤੱਕ ਤੇ ਆਉਣ ਇਹ। ਅਤੇ ਹੁਣ ਪੱਠਾਂ ਤੋਂ ਤੁਸੀਂ ਕੰਮ ਸਟਾਰਟ ਨਹੀਂ ਕਰਨਾ। ਉਹਦੀ ਵਜ੍ਹਾ ਇਹ ਆ ਕਿ 5 ਮਹੀਨੇ ਜਿਹੜਾ ਪੱਠ ਜਿਹੜੀ ਤਿਆਰ ਹੋਣ ਨੂੰ ਲੈ ਜਾਂਦੀ ਆ, ਕ੍ਰਾਸ ਹੋਣ ਤੱਕ 5 ਮਹੀਨੇ ਉਹ ਲੈ ਜਾਂਦੀ ਆ। ਉਸ ਤੋਂ ਬਾਅਦ ਉਹ ਬੱਕਰੀ ਜਦੋਂ ਕ੍ਰਾਸ ਹੋ ਜਾਂਦੀ ਆ ਫਿਰ ਕ੍ਰਾਸ ਹੋਣ ਤੋਂ ਬਾਅਦ ਚੱਲ ਜਾਂਦਾ ਵਾ ਕੰਮ 5 ਮਹੀਨਿਆਂ 'ਤੇ 10 ਮਹੀਨੇ ਹੋ ਗਏ ਕਮ ਅਜ਼ ਕਮ ਬੱਕਰੀ ਤੁਹਾਡਾ ਸਾਲ ਖਾ ਜਾਂਦੀ ਅਤੇ ਸਾਲ ਦੇ ਵਿੱਚ ਤੁਸੀਂ ਅੱਕ ਜਾਂਦੇ ਆ ਕਿ ਯਾਰ ਇਹ ਤਾਂ ਸੂਈ ਨਹੀਂ ਰਹੀ, ਇਹ ਤਾਂ ਦੋ ਹੀ ਖੜੀਆਂ ਵਾ, ਇੰਨੀਆਂ ਅਤੇ ਇੰਨੀਆਂ ਹੀ ਖੜੀਆਂ, ਵੱਧ ਹੀ ਨਹੀਂ ਰਹੀਆਂ। ਤੁਸੀਂ ਵੈਸੇ ਹੀ ਅੱਕ ਜਾਂਦੇ ਹੋ ਪੱਠੇ ਪਾ ਕੇ। ਇਸ ਕਰਕੇ ਤੁਸੀਂ ਪੱਠਾਂ ਤੋਂ ਕੰਮ ਨਹੀਂ ਸਟਾਰਟ ਕਰਨਾ ਅਤੇ ਛੋਟੇ ਬੱਚੇ ਤੋਂ ਕੰਮ ਨਹੀਂ ਸਟਾਰਟ ਕਰਨਾ। ਛੋਟਾ ਬੱਚਾ ਤੁਸੀਂ ਜਦੋਂ ਲੈ ਕੇ ਆਉਂਦੇ ਆ ਉਹਨੂੰ ਦੁੱਧ ਵਗੈਰਾ ਫੀਟਰ ਨਾਲ ਪਿਲਾਉਣਾ ਪੈਂਦਾ ਖੁਦ, ਉਹਦੇ ਮਿਹਨਤ ਬਹੁਤ ਜ਼ਿਆਦਾ ਵਾ। ਫਿਰ ਕਮ ਅਜ਼ ਕਮ ਉਹ ਸਾਡੀ 1.5-2 ਸਾਲ ਦੀ ਮਿਹਨਤ ਉਹ ਬੱਚਾ ਵੀ ਖਾ ਜਾਂਦਾ, ਸਾਨੂੰ ਬਚਦਾ ਕੁਛ ਨਹੀਂ। ਇਸ ਕਰਕੇ ਤੁਸੀਂ ਪੈਸੇ ਥੋੜ੍ਹੇ ਜਿਹੇ ਜ਼ਿਆਦਾ ਲਾ ਲਓ। ਜਿੱਥੇ ਤੁਹਾਡੀਆਂ 10 ਹੋਣੀਆਂ ਪੱਠਾਂ ਵਗੈਰਾ ਉੱਥੇ ਤੁਸੀਂ 5 ਬੱਕਰੀਆਂ ਲੈ ਆਓ ਬਸ ਉਨੇ ਪੈਸਿਆਂ 'ਚ। 5 ਜਾਂ 4 ਜਾਂ 3 ਜਿੰਨੀਆਂ ਹੁੰਦੀਆਂ ਤੁਸੀਂ ਉਨੇ ਪੈਸਿਆਂ 'ਚ ਗੱਭਣ ਬੱਕਰੀਆਂ ਲੈ ਆਓ ਆਪਣੇ ਫਾਰਮ 'ਤੇ। ਉਹਦੇ ਨਾਲ ਹੋਏਗਾ ਕਿ ਉਹ 1-1.5 ਮਹੀਨੇ 'ਚ ਤੁਸੀਂ ਉਹਦੀ ਆਪਣੀ ਤਿਆਰੀ ਵਗੈਰਾ ਕਰੋ, ਉਹਨੂੰ ਅੱਛਾ ਕੋਈ ਦਾਣਾ ਵਗੈਰਾ ਦੇਵੋ, ਤੇਲ ਵਗੈਰਾ ਦੇਵੋ ਅਤੇ ਨਾਲ ਤੁਸੀਂ ਤੇਲ ਕਹਿ ਤਾ ਵੀ ਨਾਲ ਤੁਸੀਂ ਉਹਨੂੰ ਖਲ ਵਗੈਰਾ ਵੀ ਦਾਣੇ ਵਗੈਰਾ। ਉਸ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਘਿਓ ਵਗੈਰਾ ਰੂਟੀਨ ਨਾਲ ਦੇਵੋ। ਉਹ ਬੱਕਰੀ ਆਪਣਾ ਹਵਾਨਾ ਵਗੈਰਾ ਅੱਛਾ ਬਣਾਏਗੀ। ਹਵਾਨਾ ਬਣਾਉਣ ਤੋਂ ਬਾਅਦ ਉਹ ਆਪਣਾ ਜਿਹੜਾ ਵਾ ਦੁੱਧ ਵਗੈਰਾ ਪੂਰਾ ਲਾਏਗੀ ਥੱਲੇ। ਫਿਰ ਤੁਸੀਂ ਉਹਦੇ ਜਦੋਂ ਬੱਚੇ ਆਉਣਗੇ ਨਾ ਬੱਕਰੀਆਂ ਦੇ ਫਿਰ ਤੁਹਾਡਾ ਧਿਆਨ ਉਹ ਬੱਚਿਆਂ ਵੱਲ ਹੋਏਗਾ। ਬੱਕਰੀਆਂ ਤੁਹਾਨੂੰ ਪਤਾ ਵੀ ਲੱਗਣਾ ਕਿਸ ਟਾਈਮ ਦੁਬਾਰਾ ਉਹ ਗੱਭਣ ਹੋ ਜਾਣਗੀਆਂ ਅਤੇ ਤੁਹਾਡੇ ਜਿਹੜਾ ਮਜ਼ੀਦ ਕੰਮ ਜਿਹੜਾ ਚੱਲਦਾ ਰਹੇਗਾ ਅੱਗੇ। ਇਸ ਕਰਕੇ ਤੁਸੀਂ ਆਪਣੀਆਂ ਬੱਕਰੀਆਂ ਲੈ ਕੇ ਆਓ ਗੱਭਣ, ਕਿਉਂਕਿ ਫਾਰਮ ਤੱਕ ਬੱਚੇ ਦੇਣਗੇ ਤੁਹਾਡਾ ਧਿਆਨ ਬੱਚਿਆਂ ਵੱਲ ਹੋ ਜਾਣਾ, ਤੁਹਾਡਾ ਦਿਲ ਲੱਗਾ ਰਹਿਣਾ ਬੱਚਿਆਂ ਨਾਲ। ਸਮਝੋ ਗੱਲ। ਅਤੇ ਇਸ ਕਰਕੇ ਤੁਸੀਂ ਆਪਣੇ ਫਾਰਮ 'ਤੇ ਲੈ ਕੇ ਆਓ ਗੱਭਣ ਬੱਕਰੀਆਂ। ਅਤੇ ਅਗਰ ਤੁਸੀਂ ਕੰਮ ਕਰਨਾ ਸਟਾਰਟ ਬੱਕਰੀਆਂ ਤੋਂ ਅਤੇ ਬੱਕਰੀਆਂ ਵਾਸਤੇ ਵੀ ਐਕਸਪਰਟ ਹੋਣਾ ਬੰਦਾ ਬਹੁਤ ਜ਼ਰੂਰੀ ਹੈ। ਬੰਦੇ ਨਾ ਐਕਸਪਰਟ ਹੋਣਾ ਚਾਹੀਦਾ ਇਸ ਕੰਮ ਦੇ ਵਿੱਚ ਜਿਹਨੇ 'ਤੇ ਰੱਖਣੇ ਬੱਕਰੇ। ਕਿਉਂਕਿ ਜਦੋਂ ਅਸੀਂ ਬੱਕਰਿਆਂ ਦੀ ਖਰੀਦਦਾਰੀ ਕਰਦੇ ਹਾਂ ਨਾ ਸਾਡੇ ਨਫੇ ਨੁਕਸਾਨ ਦਾ ਫਾਇਦਾ ਜਿਹੜਾ ਵਾ ਨਾ ਸਾਡਾ ਫੈਸਲਾ ਉਦੋਂ ਹੀ ਹੋ ਜਾਂਦਾ ਵਾ। ਅਗਰ ਅਸੀਂ ਮਹਿੰਗਾ ਖਰੀਦ ਲੈਂਦੇ ਹਾਂ ਬੱਕਰਾ ਮੰਡੀ 'ਚੋਂ ਜਾਂ ਕਿਤੋਂ ਅਸੀਂ ਮਹਿੰਗਾ ਖਰੀਦ ਲੈਂਦੇ ਹਾਂ ਅਤੇ ਕਮ ਅਜ਼ ਕਮ ਕਹਿ ਲਓ ਕਿ ਸਾਡਾ ਅੱਧਾ ਪ੍ਰੋਫਿਟ ਗਿਆ। ਸਾਡਾ ਪ੍ਰੋਫਿਟ ਅੱਧਾ ਵੈਸੇ ਹੀ ਗਿਆ। ਅਸੀਂ ਖਰੀਦਦਾਰੀ ਹੀ ਮਹਿੰਗੀ ਕਰ ਲਈਏ ਅਤੇ ਅਸੀਂ ਬਚਾਉਣਾ ਕੀ ਅੱਗੇ। ਸਮਝੋ ਗੱਲ। ਅਤੇ ਅਗਰ ਤੁਸੀਂ ਪੂਰੇ ਐਕਸਪਰਟ ਹੋ ਫਿਰ ਤੁਸੀਂ ਆਪਣੀ ਬੱਕਰਿਆਂ ਦੀ ਖਰੀਦਦਾਰੀ ਕਰੋ। ਇਹ 'ਚ ਵੀ ਮਾਸ਼ਾਅੱਲਾ ਖਾਤਰ ਖੁਆਹ ਨਫਾ ਵਾ। ਨਫਾ ਨੁਕਸਾਨ ਮੇਰੇ ਰੱਬ ਦੇ ਹੱਥ 'ਚ ਆ। ਠੀਕ ਹੈ, ਬੰਦਾ ਸਿਰਫ ਕੋਸ਼ਿਸ਼ ਕਰ ਸਕਦਾ ਵਾ ਅਤੇ ਅੱਗੇ ਬੰਦੇ ਦਾ ਨਸੀਬ ਆ। ਠੀਕ ਹੈ ਨਾ, ਕਿ ਬੰਦੇ ਦੇ ਨਸੀਬਾਂ ਦੇ ਵਿੱਚ ਕੀ ਆ। ਅਤੇ ਉਸ ਤੋਂ ਬਾਅਦ ਕਹਿ ਦਿੰਦੇ ਆ ਬੰਦੇ। ਅਗਲਾ ਸਵਾਲ ਇਹ ਆ ਕਿ ਬੱਕਰੀਆਂ ਨੂੰ ਰੱਖਣ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਆ। ਇਸ ਚੀਜ਼ 'ਤੇ ਮੈਂ ਵੀਡੀਓ ਕੀਤੀ ਹੋਈ ਆ ਵੀ ਬੱਕਰੀ ਨੂੰ ਕਿੰਨੀ ਜਗ੍ਹਾ ਸ਼ੈੱਡ 'ਚ ਚਾਹੀਦੀ ਆ, ਕਿੰਨੀ ਬਾੜੇ 'ਚ ਚਾਹੀਦੀ ਆ। ਉਹ ਤੁਸੀਂ ਮਜ਼ੀਦ ਮੇਰੇ ਚੈਨਲ 'ਤੇ ਜਾ ਕੇ ਤੁਸੀਂ ਵੀਡੀਓ ਵੀ ਚੈੱਕ ਕਰ ਸਕਦੇ ਆ ਵੀ ਕਿੰਨੀ ਜਗ੍ਹਾ ਚਾਹੀਦੀ ਆ। ਠੀਕ ਆ, ਬਾਕੀ ਮੈਂ ਮਜ਼ੀਦ ਤੁਹਾਨੂੰ ਇਸ ਸਵਾਲ ਦੇ ਵਿੱਚ ਵੀ ਵਜ਼ਾਹਤ ਕਰ ਦਿੰਦਾ ਵਾਂ ਕਿ ਕਿੰਨੀ ਜਗ੍ਹਾ ਚਾਹੀਦੀ ਆ ਬੱਕਰੀ ਨੂੰ। ਦੇਖੋ ਵੀਰੋ, ਜਿਹੜੀ ਇੱਕ ਬੱਕਰੀ ਆ ਨਾ, ਜਿਵੇਂ ਉਹ ਸਾਹਮਣੇ ਵੱਡੀ ਬੱਕਰੀ ਬੈਠੀ ਆ, ਇਹਨੂੰ ਸ਼ੈੱਡ ਦੇ ਵਿੱਚ ਚਾਹੀਦੀ ਆ 5 ਸਕੁਏਅਰ ਫੁੱਟ ਜਗ੍ਹਾ, ਯਾਨੀ ਕਿ ਆ 4 ਪਾਈ ਜਿੰਨੀ 4 ਪਾਈ ਲੰਬੀ ਆ 19 4 ਪਾਈ ਚੌੜੀ ਆ ਤਕਰੀਬਨ ਕਹਿ ਲਓ। ਠੀਕ ਹੈ ਨਾ।
ਇੰਨੀ ਜਗ੍ਹਾ ਸਾਨੂੰ ਸ਼ੈੱਡ ਦੇ ਵਿੱਚ ਚਾਹੀਦੀ ਇੱਕ ਬੱਕਰੀ ਨੂੰ 5 ਸਕੁਅਰ ਫੁੱਟ, ਅਤੇ ਇੱਕ ਮਰਲੇ ਦੇ ਵਿੱਚ ਹੁੰਦੇ ਆ 272 ਸਕੁਅਰ ਫੁੱਟ। ਤੁਸੀਂ ਇਹ ਆਪਣਾ ਖੁਦ ਅੱਗੇ ਹਿਸਾਬ ਲਾ ਲੈਣਾ ਵਾ ਕਿ ਕਿੰਨੀ ਜਿਹੜੀ ਆ ਜਗ੍ਹਾ ਵਗੈਰਾ ਸਾਨੂੰ ਚਾਹੀਦੀ ਹੈ। ਮੇਰੇ ਕੋਲ ਇਸ ਟਾਈਮ 4 ਮਰਲੇ ਜਗ੍ਹਾ ਵਾ। ਇਹ ਸਿਰਫ ਛੱਤ ਜਿਹੜੀ ਆ ਨਾ ਇਹ 4 ਮਰਲੇ ਦੀ ਆ, ਅਤੇ ਮੈਂ ਵੀਡੀਓ ਕੀਤੀ ਆ 2 ਮਰਲੇ ਅਤੇ 5 ਮਰਲੇ ਦੇ ਅਸੀਂ ਕਿੰਨੀਆਂ ਬੱਕਰੀਆਂ ਰੱਖ ਸਕਦੇ ਹਾਂ। ਤੁਹਾਡੀਆਂ 5 ਮਰਲੇ ਦੇ ਵਿੱਚ ਆਸਾਨੀ ਨਾਲ ਕੋਈ 40 ਤੋਂ 50 ਬੱਕਰੀਆਂ ਜਿਹੜੀਆਂ ਨਾ ਆਸਾਨੀ ਨਾਲ ਆ ਸਕਦੀਆਂ ਵਾ। ਤੁਸੀਂ ਭਾਵੇਂ ਇੱਕ ਤੋਂ ਸਟਾਰਟ ਕਰ ਲਓ। ਸ਼ੈੱਡ ਦੇ ਵਿੱਚ ਤੁਹਾਨੂੰ 10 ਤੋਂ 15 ਸਕੁਅਰ ਫੁੱਟ ਜਗ੍ਹਾ ਚਾਹੀਦੀ ਆ, ਸੌਰੀ ਬਾੜੇ ਦੇ ਵਿੱਚ ਸ਼ੈੱਡ ਦੇ ਵਿੱਚ ਤੁਹਾਨੂੰ 5 ਸਕੁਅਰ ਫੁੱਟ ਜਗ੍ਹਾ ਚਾਹੀਦੀ ਆ। ਇਸ ਕਰਕੇ ਤੁਸੀਂ ਆਪਣੇ ਜਮ੍ਹਾਂ ਤਫਰੀਕ ਖੁਦ ਹੀ ਨਾ ਜਿਹੜਾ ਆਪਣੇ ਜਾਨਵਰਾਂ ਦੇ ਹਿਸਾਬ ਨਾਲ ਤੁਸੀਂ ਆਪਣੀ ਜਗ੍ਹਾ ਦੇ ਸਕੁਅਰ ਫੁੱਟ ਕੱਢ ਲੈਣੇ, ਉਸ ਹਿਸਾਬ ਨਾਲ ਤੁਸੀਂ ਆਪਣੇ ਜਾਨਵਰਾਂ ਨੂੰ ਉੱਥੇ ਲੈ ਆਉਣਾ। ਕਿਉਂਕਿ ਅਗਰ ਤੁਹਾਡੀ ਜਗ੍ਹਾ ਛੋਟੀ ਹੋਏ ਅਤੇ ਜਾਨਵਰ ਜ਼ਿਆਦਾ ਹੋਏ ਅਤੇ ਜਾਨਵਰ ਦੀ ਜਿਹੜੀ ਕਮਜ਼ੋਰ ਹੋਣਗੀ, ਉਹਦੀ ਸਿਹਤ ਜਿਹੜੀ ਜਾਨਵਰਾਂ ਦੀ ਹੈ ਨਾ ਉਹ ਕਮਜ਼ੋਰ ਹੋਏਗੀ। ਇਸ ਕਰਕੇ ਜਾਨਵਰ ਤੁਸੀਂ ਥੋੜ੍ਹੇ ਰੱਖੋ, ਖੁੱਲ੍ਹੇ ਡੁੱਲੇ ਰੱਖੋ, ਸਾਫ ਸੁਥਰੇ ਰਹਿੰਦੇ ਜਾਨਵਰ ਫਿਰ। ਅਤੇ ਦੂਸਰਾ ਸਵਾਲ ਬੰਦੇ ਪੁੱਛਦੇ ਆ ਕਿ ਬੱਕਰੀ ਦੀ ਖੁਰਾਕ, ਬੱਕਰੀ ਨੂੰ ਅਸੀਂ ਕਿਹੜੀ ਖੁਰਾਕ ਦਈਏ, ਸਬਜ਼ ਦਈਏ, ਖੁਸ਼ਕ ਦਈਏ, ਯਾਨੀ ਕਿ ਸਾਡਾ ਜਿਹੜਾ ਵਾ ਨਿਜ਼ਾਮ ਆ ਉਹ ਬੱਕਰੀ ਦੀ ਖੁਰਾਕ ਦਾ ਜਿਹੜਾ ਸਿਸਟਮ ਆ ਉਹ ਕਿੱਦਾਂ ਅਸੀਂ ਮੈਨੇਜ ਕਰੀਏ। ਕਿਉਂਕਿ ਡੇਲੀ ਵੱਢਣ ਜਾਣਾ ਲਿਆਉਣਾ ਉਹ ਲੋਕਾਂ ਨੂੰ ਬਹੁਤ ਔਖਾ ਲੱਗਦਾ। ਦੇਖੋ ਵੀਰੋ, ਜਿਹੜੀ ਵੀ ਖੁਰਾਕ ਤੁਹਾਡੇ ਕੋਲ ਆਸਾਨੀ ਨਾਲ ਦਸਤਿਆਬ ਆ, ਤੁਹਾਡੇ ਕੋਲ ਮੌਜੂਦ ਆ, ਉਹ ਚਾਹੇ ਸਬਜ਼ ਆ ਚਾਹੇ ਖੁਸ਼ਕ ਆ, ਉਹ ਬੱਕਰੀ ਦੀ ਬਿਹਤਰੀਨ ਖੁਰਾਕ ਆ। ਤੁਸੀਂ ਮਹਿੰਗੀਆਂ ਖੁਰਾਕਾਂ ਨਾ ਜਾਓ, ਠੀਕ ਆ। ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ, ਅਤੇ ਤੁਸੀਂ ਮਹਿੰਗੀਆਂ ਖੁਰਾਕਾਂ ਨਾ ਜਾਓ। ਜਿਹੜੇ ਕਿ ਵੰਡੇ ਵਗੈਰਾ ਬਣੇ ਆ, ਤੁਸੀਂ ਸਿਰਫ ਆ ਵੰਡਾ ਦੇ ਲਓ। ਇਸ ਤੋਂ ਬਾਅਦ ਸਿਰਫ ਬੱਕਰੀ ਨੂੰ ਪਾਣੀ ਚਾਹੀਦਾ ਵਾ, ਠੀਕ ਹੈ। ਉਸ ਤੋਂ ਇਲਾਵਾ ਬੱਕਰੀ ਨੂੰ ਕੋਈ ਸ਼ੈ ਨਹੀਂ ਚਾਹੀਦੀ। ਤੁਸੀਂ ਇੱਧਰ ਨਾ ਜਾਓ, ਸਮਝੋ ਨਾ ਗੱਲ। ਇਸ ਕਰਕੇ ਤੁਸੀਂ ਇੱਕ ਤੂੜੀ ਦਾਣਾ ਲਾ ਲਓ। ਤੁਸੀਂ ਬੱਕਰੀਆਂ ਨੂੰ ਸਿਰਫ ਤੂੜੀ ਦਾਣਾ ਹੀ ਦਿੰਦੇ ਰਹੋ ਨਾ ਲਗਾਤਾਰ। ਤੂੜੀ ਅਤੇ ਦਾਣਾ ਉਹੀ ਬੱਕਰੀਆਂ ਵਾਸਤੇ ਕਾਫੀ ਆ। ਅਤੇ ਇਸ ਕਰਕੇ ਤੁਸੀਂ ਮਹਿੰਗੀਆਂ ਖੁਰਾਕਾਂ ਨਾ ਜਾਓ, ਸਸਤੀ ਤੋਂ ਸਸਤੀ ਖੁਰਾਕ ਰੱਖੋ ਬੱਕਰੀ ਦੀ। ਇਹ ਸਾਦਾ ਜਾਨਵਰ ਆ, ਚਰਾਈ ਵਾਲਾ ਜਾਨਵਰ ਆ। ਤੁਸੀਂ ਇਹਨੂੰ ਮਹਿੰਗੀਆਂ ਤੋਂ ਮਹਿੰਗੀਆਂ ਖੁਰਾਕਾਂ ਦੇ ਕੇ ਨਾ ਆਪਣਾ ਤੁਸੀਂ ਜਿਹੜਾ ਨੁਕਸਾਨ ਕਰਦੇ ਆ। ਇਹ ਜਾਨਵਰ 'ਚ ਜਦੋਂ ਤੁਸੀਂ ਆਪਣਾ ਖਰਚਾ ਵਗੈਰਾ ਤੁਸੀਂ ਕਲੈਕਟ ਕਰ ਲਓਗੇ ਨਾ, ਇਹਦੇ ਵਿੱਚ ਉਹਦੀ ਕਲੈਕਸ਼ਨ ਕਰੋਗੇ, ਅਤੇ ਉਹ ਕੰਮ ਤੁਹਾਨੂੰ ਬਹੁਤ ਜ਼ਿਆਦਾ ਮਹਿੰਗਾ ਪੈਂਦਾ। ਇਸ ਕਰਕੇ ਤੁਸੀਂ ਆਪਣਾ ਘੱਟ ਤੋਂ ਘੱਟ ਖਰਚਾ ਰੱਖੋ। ਤੁਸੀਂ ਖਰਚਾ ਆਪਣਾ ਜਿੰਨਾ ਘੱਟ ਰੱਖੋਗੇ ਮੁਨਾਫਾ ਉਨਾ ਜ਼ਿਆਦਾ। ਤੁਸੀਂ ਆਪਣਾ ਖਰਚਾ ਵੱਧ ਕਰੋਗੇ ਤਾਂ ਮੁਨਾਫਾ ਤੁਹਾਡਾ ਉਨਾ ਘੱਟ ਵਾ। ਇਸ ਕਰਕੇ ਤੁਸੀਂ ਆਪਣਾ ਖਰਚਾ ਘੱਟ ਰੱਖੋ। ਅਗਰ ਤੁਹਾਡੇ ਕੋਲ ਆਸਾਨੀ ਨਾਲ ਦਸਤਿਆਬ ਆ, ਬਿਲਕੁਲ ਸਸਤੀ ਜਿਹੀ ਖੁਰਾਕ ਦਸਤਿਆਬ ਆ, ਚਾਹੇ ਉਹ ਖੁਸ਼ਕ ਆ ਚਾਹੇ ਸਬਜ਼ ਆ, ਅਤੇ ਫਿਰ ਤੁਸੀਂ ਉਹਨੂੰ ਆਪਣਾ ਇਸਤੇਮਾਲ ਕਰਵਾਓ। ਅਤੇ ਹਾਂ, ਖੁਰਾਕ ਅਗਰ ਤੁਹਾਡੀ ਖੁਦ ਦੀ ਆ ਅਤੇ ਫਿਰ ਤੁਸੀਂ ਉਹਨੂੰ ਜਿਵੇਂ ਮਰਜ਼ੀ, ਭਾਵੇਂ ਉਹਨੂੰ ਖੁਸ਼ਕ ਕਰਕੇ ਦੇਵੋ, ਭਾਵੇਂ ਉਹਨੂੰ ਤੁਸੀਂ ਸਬਜ਼ ਦੇਵੋ, ਫਿਰ ਕੋਈ ਨਹੀਂ। ਅਗਰ ਤੁਸੀਂ ਮਿਸਾਲ ਦੋ ਤਾਂ ਲੂਸਨ ਹੀ ਖੁਸ਼ਕ ਖਰੀਦਣਾ ਵਾ, ਉਹ ਹੁਣ ਸਰਦੀ ਦੇ ਮੌਸਮ ਵਿੱਚ ਤਕਰੀਬਨ 5 ਤੋਂ 6 ਹਜ਼ਾਰ ਰੁਪਏ ਮਨ ਚਲਾ ਜਾਂਦਾ। ਤਾਂ ਤੁਸੀਂ ਉਹ ਬੱਕਰੀ ਨੂੰ ਪਾ ਕੇ ਅਤੇ ਕਿੱਧਰ ਜਾਣਾ ਤੁਸੀਂ ਫਿਰ। ਅਗਰ ਤੁਹਾਡੀ ਖੁਦ ਦੀ ਆ, ਉਹ ਲੂਸਨ ਤੁਹਾਡਾ ਖੁਦ ਦਾ ਵਾ, ਤਾਂ ਤੁਸੀਂ ਉਹਨੂੰ ਸੁਕਾ ਕੇ ਪਾ ਲਓ, ਕੋਈ ਹਰਜ ਨਹੀਂ। ਖੁਰਾਕ ਖਰੀਦ ਕੇ ਨਾ ਪਾਓ। ਖਰੀਦ ਕੇ ਖੁਰਾਕ ਪਾਉਣਾ ਤੁਹਾਨੂੰ ਬਚਣਾ ਕੁਛ ਨਹੀਂ ਉਹਦੇ ਵਿੱਚੋਂ। ਸਮਝ ਲੱਗ ਗਈ ਗੱਲ ਦੀ। ਮੇਰੇ ਕੋਲ ਹੀ ਆ, ਅਤੇ ਮੈਂ ਨਾ ਤਕਰੀਬਨ ਕਹਿ ਲਓ ਕਿ 1 ਜਾਂ 2 ਦਫਾ ਨਾ ਮੈਂ ਬਾਜ਼ਾਰੋਂ ਤੂੜੀ ਲੈ ਕੇ ਆਇਆ, ਖਲ ਵਗੈਰਾ ਮੁੱਲ, ਅਤੇ ਉਹ ਮੇਰੇ ਭਾਈ ਉਹਨੇ ਹੋਸਟਕਾਂ ਨੇ ਲਾ ਤੇ 5-6 ਦਿਨਾਂ ਦੇ ਵਿੱਚ ਮੇਰੀ 500-600 ਦੀ ਤੂੜੀ ਲੱਗ ਗਈ। ਸਮਝੋ ਗੱਲ, 5-6 ਦੇ ਵਿੱਚ 500-600 ਦੀ ਮੇਰੀ ਤੂੜੀ ਲੱਗ ਗਈ। ਅਤੇ ਮੈਂ ਤਾਂ ਨਹੀਂ ਗਿਆ ਮੁੜ ਕੇ ਖਰੀਦਣ ਵਾਲੇ ਪਾਸੇ। ਤੁਹਾਡੇ ਕੋਲ ਜਿਹੜੀ ਚੀਜ਼ ਅਵੇਲੇਬਲ ਆ ਤੁਸੀਂ ਉਹਨੂੰ ਆਪਣੇ ਜਾਨਵਰਾਂ ਨੂੰ ਦੇਵੋ। ਅਤੇ ਅਗਲਾ ਸਵਾਲ ਆ ਜੀ, ਬੱਕਰੀਆਂ ਬੱਚੇ ਕਿੰਨੇ ਦਿੰਦੀਆਂ ਵਾ, ਕਿਹੜੀ ਬੱਕਰੀ ਸਭ ਤੋਂ ਜ਼ਿਆਦਾ ਬੱਚੇ ਦਿੰਦੀ ਆ, ਕਿਹੜੀ ਬੱਕਰੀ ਦੁੱਧ ਸਭ ਤੋਂ ਜ਼ਿਆਦਾ ਦਿੰਦੀ ਆ। ਇਹ ਹੁਣ ਆਪਾਂ ਜਿਹੜੀ ਆ ਵਜ਼ਾਹਤ ਸਵਾਲ ਕਰਦੇ ਹਾਂ। ਦੇਖੋ ਵੀਰ, ਕੋਈ ਵੀ ਬੱਕਰੀ ਜਿਹੜੀ ਆ ਨਾ ਉਹ 1 ਜਾਂ 1 ਤੋਂ ਜ਼ਿਆਦਾ ਬੱਚੇ ਦੇਣ ਦੀ ਸਲਾਹੀਅਤ ਰੱਖਦੀ ਆ, ਚਾਹੇ ਉਹ ਕੋਈ ਵੀ ਨਸਲ ਦੀ ਬੱਕਰੀ ਆ, ਚਾਹੇ ਉਹ ਟੈਡੀ ਆ, ਦੋਗਲੀ ਆ, ਬੀਤਲ, ਕਮੋਰੀ, ਪਟੇਰੀ, ਸਿੰਧੀ, ਗੁਲਾਬੀ, ਰਾਜਨਪੁਰੀ, ਮੱਖੀ ਚੀਨੀ, ਜਿਹੜੀ ਵੀ ਬੱਕਰੀ ਆ ਉਹ ਜ਼ਿਆਦਾ ਬੱਚੇ ਦੇਣ ਦੀ ਸਲਾਹੀਅਤ ਰੱਖਦੀ ਆ। ਯਾਨੀ ਕਿ 1, 2, 3 ਜਾਂ ਇੱਥੇ ਤੱਕ ਕਿ 4 ਤੱਕ ਵੀ ਜਾਂਦੀਆਂ ਨੇ ਬੱਕਰੀਆਂ। ਐਵਰੇਜ ਤੁਸੀਂ 2 ਦੀ ਲਾਓ। ਹਰ ਬੱਕਰੀ ਪਹਿਲੇ ਸੂਏ ਉਹ 1 ਦੇਗੀ ਜਾਂ 2 ਦੇਗੀ, ਠੀਕ ਹੈ ਨਾ।
ਤੇ ਉਸ ਤੋਂ ਬਾਅਦ ਬੱਕਰੀਆਂ ਮਜ਼ੀਦ ਬੱਚੇ ਦਿੰਦੀਆਂ ਵਾ ਕਨਸੀਵ ਕਰਦੀਆਂ। ਅਗਰ ਬੱਕਰੀ ਦੀ ਸਿਹਤ ਬੱਕਰੀ ਦੀ ਜਿਹੜੀ ਸਿਹਤ ਵਾ ਨਾ ਅਗਰ ਉਹ ਚੰਗੀ ਆ ਤੇ ਉਹ 2-3 ਐਵਰੇਜ ਤੱਕ ਚਲੀ ਜਾਂਦੀ। ਅਗਰ ਤੁਸੀਂ ਉਹਦੀ ਕੇਅਰ ਅੱਛੀ ਕਰਦੇ ਹੋ ਤੇ ਉਹ 3 ਤੋਂ ਥੱਲੇ ਬੱਕਰੀ ਮਾਸ਼ਾਅੱਲਾ ਨਹੀਂ ਆਉਂਦੀ। ਇਸ ਕਰਕੇ ਤੁਸੀਂ ਇਹ ਚੀਜ਼ ਆਪਣੀ ਜ਼ਿਹਨ 'ਚੋਂ ਕੱਢ ਦਿਓ ਕਿ ਬੱਕਰੀਆਂ 4 ਬੱਚੇ ਹੀ ਦਿੰਦੀਆਂ, ਬੱਕਰੀਆਂ ਇੰਨੇ ਦਿੰਦੀਆਂ, ਅਸੀਂ 4 ਬੱਚਿਆਂ ਲਈ ਬੱਕਰੀ ਲੈਣੀ, ਅਸੀਂ 3 ਵਾਲੀ ਲੈਣੀ, ਅਸੀਂ 2 ਵਾਲੀ ਲੈਣੀ। ਇਹ ਤੁਸੀਂ ਜਿਹੜੀ ਹੈ ਨਾ ਗੱਲ ਆਪਣੇ ਜ਼ਿਹਨ 'ਚੋਂ ਕੱਢ ਦਿਓ। ਹਰ ਬੱਕਰੀ 1 ਬੱਚਾ ਦੇਣ ਦੀ ਵੀ ਸਲਾਹੀਅਤ ਰੱਖਦੀ ਆ, 2 ਵੀ ਦੇਣ ਦੀ ਸਲਾਹੀਅਤ ਰੱਖਦੀ ਆ, 3 4 ਇੱਥੇ ਤੱਕ ਸਲਾਹੀਅਤ ਬੱਕਰੀ ਰੱਖਦੀ ਆ ਹਰ ਬੱਕਰੀ, ਚਾਹੇ ਉਹ ਟੈਡੀ ਹੀ ਆ। ਅਤੇ ਦੁੱਧ ਕਿਹੜੀ ਬੱਕਰੀ ਸਭ ਤੋਂ ਜ਼ਿਆਦਾ ਦਿੰਦੀ ਆ? ਦੇਖੋ ਵੀਰੇ, ਅਗਰ ਤੁਸੀਂ ਆਪਣੇ ਜਾਨਵਰ ਦੀ ਕੇਅਰ ਅੱਛੀ ਕਰਦੇ ਹੋ ਨਾ, ਖੁਰਾਕ ਵਗੈਰਾ ਤੁਸੀਂ ਆਪਣੇ ਜਾਨਵਰ ਨੂੰ ਅੱਛੀ ਦਿੰਦੇ ਹੋ, ਟਾਈਮ 'ਤੇ ਦਿੰਦੇ ਹੋ, ਵੀ ਪੂਰੀ ਖੁਰਾਕ ਉਹਦੀ ਜ਼ਰੂਰਤ ਮੁਤਾਬਕ ਤੁਸੀਂ ਉਹਨੂੰ ਦਿੰਦੇ ਹੋ ਅਤੇ ਉਹ ਦੁੱਧ ਅੱਛਾ ਦਿੰਦੀ ਆ। ਅਤੇ ਅਗਰ ਤੁਸੀਂ ਉਹਦੀ ਖੁਰਾਕ ਵਗੈਰਾ ਨਾਰਮਲ ਰੱਖੋਗੇ, ਉਹਦੀ ਜ਼ਰੂਰਤ ਤੋਂ ਘੱਟ ਉਹਨੂੰ ਖੁਰਾਕ ਦਿਓਗੇ, ਉਹਨੂੰ ਕੋਈ ਦਾਣਾ ਪਾਣੀ ਨਹੀਂ ਦਿਓਗੇ ਤੁਸੀਂ, ਠੀਕ ਆ। ਵੰਡੇ ਵਗੈਰਾ ਮੇਰੀ ਗੱਲ ਹੋਈ, ਜਿਹੜਾ ਦਾਣਾ ਪਾਣੀ ਕਹਿੰਦਾ ਨਾ, ਤੁਸੀਂ ਵੰਡੇ ਵੱਲ ਨਹੀਂ ਜਾਣਾ। ਦਾਣਾ ਤੁਸੀਂ ਸਿੰਪਲ ਫੀ ਬੱਕਰੀ ਨੂੰ ਡੇਲੀ ਤੁਸੀਂ ਅੱਧਾ ਕਿਲੋ ਗੰਦਮ ਦੇਵੋ ਨਾ, ਅਤੇ ਉਹ ਕਾਫੀ ਉਹਦੇ ਵਾਸਤੇ, ਅਤੇ ਉਹ ਆਪਣਾ ਦੁੱਧ ਵਗੈਰਾ ਅੱਛਾ ਦਿੰਦੀ ਆ। ਦੋਗਲੀ ਬੱਕਰੀ ਦੁੱਧ ਅੱਛਾ ਦਿੰਦੀ ਆ। ਕੋਈ ਵੀ ਬੱਕਰੀ ਜਿਹੜੀ ਵੀ ਹੈ ਨਾ ਵੀ ਦੁੱਧ ਉਸ ਵੇਲੇ ਅੱਛਾ ਹੁੰਦਾ ਵਾ। ਆਪਣੇ ਬੱਚੇ ਪਾਲ ਲਵੇ ਬਹੁਤ ਆ, ਇੰਨਾ ਕੁ ਦੁੱਧ ਉਸ ਵੇਲੇ ਹੋਣਾ ਚਾਹੀਦਾ। ਲੋ ਜੀ, ਇਹ ਸਵਾਲ ਤੁਹਾਡਾ ਕਲੀਅਰ ਹੋ ਗਿਆ ਵਾ ਵੀ ਬੱਕਰੀਆਂ ਕਿੰਨੇ ਬੱਚੇ ਦਿੰਦੀਆਂ। ਅਸੀਂ ਅਕਸਰ ਮੈਂ ਵੀਡੀਓਜ਼ ਵਗੈਰਾ ਕਾਫੀ ਮੇਰੇ ਸਾਹਮਣੇ ਵੀ ਹੁੰਦੀਆਂ ਵਾ, 4 ਬੱਚਿਆਂ ਵਾਲੀ ਬੱਕਰੀ, 5 ਬੱਚਿਆਂ ਵਾਲੀ ਬੱਕਰੀ, 6 ਬੱਚਿਆਂ ਵਾਲੀ ਬੱਕਰੀ, ਵੀ ਇਹ ਤੋਂ ਘੱਟ ਉਹ ਗੱਲ ਕਰਦੇ ਹੀ ਨਹੀਂ ਗੇ ਵੀਡੀਓ 'ਤੇ। ਵੀ ਤੁਸੀਂ ਸਬਜ਼ ਬਾਗ ਨਾ ਦਿਖਾਓ, ਤੁਸੀਂ ਹਕੀਕਤ ਦੱਸੋ ਕਿ ਬੱਕਰੀ 1 ਬੱਚੇ ਤੋਂ ਲੈ ਕੇ ਕਿੰਨੇ ਬੱਚੇ ਦੇਣ ਦੀ ਸਲਾਹੀਅਤ ਰੱਖਦੀ ਆ। ਹੁਣ ਮੇਰੇ ਕੋਲ ਮਾਸ਼ਾਅੱਲਾ ਬੱਕਰੀ ਬੈਠੀ ਆ ਸਾਹਮਣੇ, ਮੈਂ ਕਹਿ ਦਵਾਂ ਭਾਈ ਬੱਕਰੀ 4-5 ਤੋਂ ਘੱਟ ਦਿੰਦੀ ਹੋਈ ਨਹੀਂ। ਮੇਰੇ ਕੋਲ ਬੱਕਰੀ ਦਾ ਮਾਸ਼ਾਅੱਲਾ ਪਹਿਲਾ ਸੂਆ ਸੀਗਾ, ਆ 3 ਮਾਸ਼ਾਅੱਲਾ ਉਹਨੇ ਬੱਚੇ ਦਿੱਤੇ ਸੀ ਬੱਕਰੀ ਨੇ, ਆ 3 ਤੁਹਾਡੇ ਸਾਹਮਣੇ ਖੜੇ ਆ ਜੀਂਦੇ ਜਾਗਦੇ। ਅਤੇ ਮਾਸ਼ਾਅੱਲਾ ਤੁਸੀਂ ਇਹਨਾਂ ਦੀ ਸਿਹਤ ਵੀ ਦੇਖੋ, ਇੱਕੋ ਜਿੱਕੇ ਆ ਸਾਰੇ। ਅਤੇ ਮੈਂ ਹੁਣ ਕਹੀ ਜਾਵਾਂ ਭਾਈ ਬੱਕਰੀ 3 ਬੱਚੇ ਦਿੰਦੀ ਹੈ, 3 ਤੋਂ ਘੱਟ ਦਿੰਦੀ ਨਹੀਂ। ਹੁਣ ਮੈਨੂੰ ਨਹੀਂ ਪਤਾ ਪਿੱਛੇ ਕਿੰਨੇ ਬੱਚੇ ਦਿੰਦੀ ਰਹੀ ਆ, ਅੱਗੇ ਇਹਨੇ ਕਿੰਨੇ ਬੱਚੇ ਦੇਣੇ ਆ, ਠੀਕ ਹੈ। ਇਸ ਕਰਕੇ ਤੁਸੀਂ ਹਕੀਕਤ ਦੱਸੋ ਅਗਲੇ ਬੰਦੇ ਨੂੰ। ਅਤੇ ਦੂਸਰਾ ਆ ਜਾਂਦਾ ਵਾ ਜੀ ਉਸ ਤੋਂ ਅੱਗੇ, ਉਸ ਤੋਂ ਬਾਅਦ ਜੀ ਬੱਕਰੀਆਂ ਦੀਆਂ ਬਿਮਾਰੀਆਂ ਵੀ, ਬੱਕਰੀਆਂ ਬਿਮਾਰੀਆਂ ਕਿਹੜੀਆਂ ਲੱਗਦੀਆਂ ਵਾ। ਅਤੇ ਦੁਆ ਹੀ ਕਰਿਆ ਕਰੋ ਕਿ ਰੱਬ ਸਾਰਿਆਂ ਦੇ ਜਾਨਵਰ ਨੂੰ ਜਿਹੜਾ ਨਾ ਆਪਣੇ ਹਿਫਜ਼-ਏ-ਅਮਾਨ 'ਚ ਰੱਖੇ, ਬਿਮਾਰੀਆਂ ਤੋਂ ਬਚਾਵੇ। ਕਿਉਂਕਿ ਜਦੋਂ ਕਿਤੇ ਅੱਲਾ ਨਾ ਕਰੇ ਬਿਮਾਰੀ ਵਗੈਰਾ ਆਉਂਦੀ ਆ ਨਾ, ਅਤੇ ਬਾੜਿਆਂ ਦੇ ਬਾੜੇ ਜਿਹੜੇ ਆ ਉਹ ਵਿਹਲੇ ਹੋ ਜਾਂਦੇ ਆ। ਅਤੇ ਜਿਹੜੀਆਂ ਆਮ ਜਿਹੀਆਂ ਬਿਮਾਰੀਆਂ ਨਾ, ਜਿਹੜੀ ਇਸ ਸਾਲ ਆ 2025 ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਬਿਮਾਰੀ ਆਈ ਆ, ਉਹ ਆਈ ਆ PPR। ਉਹ ਕਹਿ ਲਓ ਕਿ ਗਈ ਹੀ ਨਹੀਂ ਜਾਨਵਰਾਂ ਦੇ ਵਿੱਚੋਂ। ਉਹ ਸਾਲ 'ਚ ਕਮ ਅਜ਼ ਕਮ ਕੋਈ 3 ਤੋਂ 4 ਦਫਾ ਜਿਹੜੀ ਬਿਮਾਰੀ ਆ ਗਈ ਆ। ਅਤੇ ਜਿਹੜੀਆਂ ਆਮ ਜਿਹੀ ਬਿਮਾਰੀਆਂ ਵਾ ਜਾਨਵਰਾਂ ਨੂੰ ਲੱਗਦੀਆਂ ਵਾ, PPR ਹੋ ਗਈ, CCPP, ETV, ਇੱਦਾਂ ਦੀਆਂ ਬਿਮਾਰੀਆਂ ਵਾ। ਅਤੇ ਉਸ ਤੋਂ ਬਾਅਦ ਬੱਕਰੀਆਂ ਨੂੰ ਜਦੋਂ ਬੁਖਾਰ ਵਗੈਰਾ ਹੁੰਦਾ ਵਾ, ਤੁਸੀਂ ਨਾ ਗੌਰ ਕਰਿਆ ਕਰੋ। ਤੁਹਾਡਾ ਜਾਨਵਰ ਪੱਠੇ ਪਾਉਂਦੇ ਆ ਨਾ, ਜਿਹੜਾ ਜਾਨਵਰ ਦਾ ਸਾਈਡ 'ਤੇ ਖਲੋਤਾ ਵਾ, ਸਮਝੋ ਤੁਹਾਡਾ ਜਾਨਵਰ ਢਿੱਲਾ ਮੱਠਾ ਹੋ। ਅਤੇ ਮੈਂ ਤੁਹਾਨੂੰ ਪਿੱਛੇ ਵੀਡੀਓ ਵਗੈਰਾ ਵੀ ਮੇਰੀਆਂ ਸਾਰੀਆਂ ਪਈਆਂ ਵਾ, ਕਿਹੜਾ ਜਾਨਵਰ ਮੇਰਾ ਢਿੱਲਾ ਵਾ, ਇਹਨੂੰ ਕੀ ਮਸਲਾ ਵਾ, ਅਤੇ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਵਾ। ਅਤੇ ਕੋਸ਼ਿਸ਼ ਇਹ ਕਰਿਆ ਕਰੋ, ਤੁਹਾਡਾ ਕੋਈ ਜਾਨਵਰ ਬਿਮਾਰ ਆ ਨਾ, ਕਿਸੇ ਦਾ ਟੈਂਪਰੇਚਰ ਡਾਊਨ ਹੋਇਆ ਵਾ ਜਾਂ ਕਿਸੇ ਦਾ ਟੈਂਪਰੇਚਰ ਵਧਿਆ ਵਾ, ਅਤੇ ਉਹ ਤੁਸੀਂ ਆਪਣੇ ਡਾਕਟਰ ਨਾਲ ਮਸ਼ਵਰਾ ਫੌਰੀ ਕਰਿਆ ਕਰੋ। ਅਗਰ ਤੁਹਾਨੂੰ ਖੁਦ ਨੂੰ ਤਜਰਬਾ ਹੈਗਾ ਵਾ ਤਾਂ ਤੁਸੀਂ ਖੁਦ ਉਹਦਾ ਇਲਾਜ ਕਰੋ, ਨਹੀਂ ਤਾਂ ਤੁਸੀਂ ਡਾਕਟਰ ਨਾਲ ਮਸ਼ਵਰਾ ਲਾਜ਼ਮੀ ਕਰਨਾ ਵਾ। ਖੁਦ ਤਜਰਬੇ ਨਹੀਂ ਕਰਨੇ, ਖੁਦ ਟੀਕਾ ਵਗੈਰਾ ਨਹੀਂ ਲਾਉਣਾ। ਅੱਗੋਂ ਟੀਕਾ ਗਲਤ ਲੱਗ ਜੇ ਤਾਂ ਜਾਨਵਰ ਜਿਹੜਾ ਵਾ ਫੌਰੀ ਜ਼ਾਇਆ ਹੋ ਜਾਂਦਾ। ਠੀਕ ਹੋ ਗਿਆ। ਅਤੇ ਬਾਕੀ ਉਮੀਦ ਆ ਮੋਟੇ ਸਵਾਲ ਜਿਹੜੇ ਮੇਰੇ ਜ਼ਿਹਨ 'ਚ ਸੀਗੇ ਅਤੇ ਮੈਂ ਉਹ ਸਾਰਿਆਂ ਦੀ ਜਿਹੜੀ ਵਜ਼ਾਹਤ ਕਰ ਦਿੱਤੀ ਆ। ਅਤੇ ਮਜ਼ੀਦ ਕੋਈ ਭਰਾਵਾਂ ਦੇ ਸਵਾਲ ਵਗੈਰਾ ਹੋਣ ਅਤੇ ਉਹ ਕਮੈਂਟ ਬਾਕਸ 'ਚ ਲਾਜ਼ਮੀ ਸਾਡੇ ਨਾਲ ਜਿਹੜਾ ਵਾ ਸਵਾਲ ਕਰੇ, ਅਤੇ ਇਨਸ਼ਾਅੱਲਾ ਅਸੀਂ ਹਰ ਕਮੈਂਟ ਦਾ ਮੈਂ ਜਵਾਬ ਦਿੰਦਾ ਵਾਂ। ਅਤੇ ਤੁਸੀਂ ਆਪਣਾ ਕਮੈਂਟ ਵਗੈਰਾ ਲਾਜ਼ਮੀ ਕਰਨੇ ਆ, ਅਤੇ ਤੁਹਾਡੇ ਹਰ ਕਮੈਂਟ ਦਾ ਇਨਸ਼ਾਅੱਲਾ ਜਵਾਬ ਆਏਗਾ। ਅਤੇ ਜਿਹੜੇ ਭਰਾ ਚੈਨਲ 'ਤੇ ਨਵੇਂ ਆ ਅਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਜਿਹੜੇ ਪਹਿਲਾਂ ਤੋਂ ਸਾਡੀਆਂ ਵੀਡੀਓਜ਼ ਵਗੈਰਾ ਦੇਖ ਰਹੇ ਨੇ ਅਤੇ ਉਹਨਾਂ ਦਾ ਬਹੁਤ ਸ਼ੁਕਰੀਆ। ਉਮੀਦ ਆ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਥੋੜ੍ਹੀ ਜਿਹੀ ਲੰਬੀ ਵੀਡੀਓ ਬਣ ਗਈ ਆ, ਖੈਰ ਕੰਮ ਦੀ ਵੀਡੀਓ ਵਾ, ਅਤੇ ਇਹ ਤੁਸੀਂ ਆਪਣਾ ਲਾਜ਼ਮੀ ਦੇਖਣੀ ਆ। ਕੰਮ ਦੀਆਂ ਗੱਲਾਂ ਦੇ ਵਿੱਚ ਦੱਸੀਆਂ ਵਾ ਮੇਰੇ ਤਜਰਬੇ ਦੇ ਮੁਤਾਬਿਕ, ਠੀਕ ਆ, ਜੋ ਕਿ ਮੈਂ ਫਾਰਮਿੰਗ ਦੇ ਵਿੱਚ ਦੇਖਿਆ ਵਾ ਜਾਂ ਜਿੰਨਾ ਕੁ ਮੈਂ ਸਿੱਖਿਆ ਵਾ 5 ਸਾਲਾਂ ਦੇ ਵਿੱਚ ਅਤੇ ਮੈਂ ਉਹ ਭਰਾਵਾਂ ਨਾਲ ਮੈਂ ਸ਼ੇਅਰ ਕਰ ਦਿੱਤਾ। ਅਤੇ ਉਮੀਦ ਆ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਆਪਣੇ ਦੋਸਤਾਂ ਭਰਾਵਾਂ ਨਾਲ ਸ਼ੇਅਰ ਕਰੋ, ਅਤੇ ਮਿਲਦੇ ਇਨਸ਼ਾਅੱਲਾ ਤਾਲਾ
ਨਵੀਂ ਅਗਲੀ ਵੀਡੀਓ 'ਚ। ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।